ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण कौर मान ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅਮਰੀਕਾ ਦੀ ਚਿੰਤਾ ਵੱਧ ਗਈ ਹੈ। ਕੈਨੇਡਾ ਦਾ ਰੁਖ ਕਰ ਰਹੇ ਨੇ H1B ਵੀਜ਼ਾ ਧਾਰਕ। ਅਮਰੀਕਾ ਦੇ ਵਿਜ਼ਿਟਰ ਵੀਜ਼ਾ ਦੇ ਲਈ ਉਡੀਕ 3 ਸਾਲ ਦੇ ਨੇੜੇ ਪੁੱਜ ਚੁੱਕੀ ਹੈ। ਵਿਦੇਸ਼ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਆਈ ਹੈ। ਇਸ ਹਫ਼ਤੇ ਕੈਨੇਡਾ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਐਲਾਨ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮੁੱਦੇ ਤੇ ਕੈਨੇਡਾ ਦਾ ਕਿਊਬੈਕ ਸੂਬਾ ਬਾਗੀ ਹੋ ਗਿਆ। ਕੈਨੇਡਾ ਜਾਣ ਦਾ ਕਰੇਜ਼। ਪੰਜਾਬੀ ਵਿਦਿਆਰਥੀ ਫ੍ਰੈਂਚ ਭਾਸ਼ਾ ਨੂੰ ਦੇ ਰਹੇ ਨੇ ਤਰਜੀਹ। ਇੰਗਲੈਂਡ ਦੀਆਂ ਸੜਕਾਂ ਤੇ ਸੌਣ ਦੇ ਲਈ ਮਜਬੂਰ ਨੇ ਭਾਰਤੀ ਵਿਦਿਆਰਥੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਹਾਂਗਕਾਂਗ ਨੇ ਆਫਰ ਕੀਤਾ ਗ੍ਰੈਜੂਏਟ ਵੀਜ਼ਾ। ਲਾਗੂ ਹੋਣਗੇ ਨਵੇਂ ਨਿਯਮ। ਸਰਕਾਰ ਨੇ ਦਿੱਤੀ ਵੱਡੀ ਸਹੂਲਤ। ਬ੍ਰਿਟੇਨ ਦੇ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਹੋਈ ਤੇਜ਼। ਇੰਡੀਗੋ ਵੱਲੋਂ ਇੰਦੌਰ ਤੇ ਚੰਡੀਗੜ੍ਹ ਵਿਚਾਲੇ ਉਡਾਣਾਂ ਸ਼ੁਰੂ। ਮਾਸਕੋ ਗੋਆ ਉਡਾਣ ਸ਼ੁਰੂ ਕਰੇਗੀ 에ਅਰਫਲੋਟ। ਭਾਰਤ ਤੇ ਚੀਨ ਵਿਚਾਲੇ ਸਿੱਧੀ ਉਡਾਣ ਸ਼ੁਰੂ ਹੋਵੇ। ਚੀਨੀ ਕੌਂਸਲ ਜਨਰਲ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ। ਅਮਰੀਕਾ ਨੂੰ ਪ੍ਰਤਿਭਾਸ਼ਾਲੀ ਵਿਦੇਸ਼ੀ ਖਾਸ ਤੌਰ ਤੇ ਜਿਹੜੇ ਹੋਰ ਹੁਨਰਮੰਦ ਪੇਸ਼ੇਵਰਾਂ ਨਾਲ ਵਿਆਹੇ ਹੋਏ ਨੇ ਦੇ ਕੈਨੇਡਾ ਵਿੱਚ ਚਲੇ ਜਾਣ ਦਾ ਖਦਸ਼ਾ, ਜੋ ਕਿ ਸਾਰੇ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਨੂੰ ਕੰਮ ਦਾ ਅਧਿਕਾਰ ਦਿੰਦਾ ਹੈ। ਇਸ ਚੀਜ਼ ਨੂੰ ਅੱਜ ਆਪਾਂ ਵਿਸਥਾਰ ਦੇ ਵਿੱਚ ਜਾਣਾਂਗੇ ਵੀ। ਇੱਕ ਨਵੇਂ ਅਧਿਐਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਦੇ ਅਧਿਐਨ ਤੋਂ ਪਤਾ ਲੱਗਾ ਹੈ ਪਰ H1B ਵੀਜ਼ਾ ਧਾਰਕਾਂ ਦੇ ਸਾਰੇ ਜੀਵਨ ਸਾਥੀਆਂ ਨੂੰ ਰੁਜ਼ਗਾਰ ਅਧਿਕਾਰ ਦੇਣ ਨਾਲ ਭਾਰਤੀਆਂ ਸਮੇਤ ਹੋਰ ਹੁਨਰਮੰਦ ਪ੍ਰਵਾਸੀਆਂ ਨੂੰ ਕੈਨੇਡਾ ਦੀ ਬਜਾਏ ਅਮਰੀਕਾ ਦੀ ਚੋਣ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਏਗਾ। ਮੈਡਲਿਨ ਜ਼ਬਡੋਨੀ ਦੁਆਰਾ ਕੀਤੇ ਅਧਿਐਨ ਦੇ ਮੁਤਾਬਕ ਅਮਰੀਕਾ ਮਹੱਤਵਪੂਰਨ ਆਰਥਿਕ ਲਾਭ ਪ੍ਰਾਪਤ ਕਰ ਸਕਦਾ ਹੈ, ਮਜ਼ਦੂਰਾਂ ਦੀ ਘਾਟ ਨੂੰ ਘਟ ਸਕਦਾ ਹੈ, ਘੱਟ ਵੀ ਔਰ ਤੇ ਪ੍ਰਤਿਭਾ ਦੇ ਲਈ ਵਿਸ਼ਵ ਵਿਆਪੀ ਮੁਕਾਬਲੇ 'ਚ ਵਧੇਰੇ ਕਾਮਿਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਜੇਕਰ ਇਹ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਲਈ ਕੰਮ ਦੀ ਯੋਗਤਾ ਤੇ ਮੌਜੂਦਾ ਨਿਯਮ ਦਾ ਵਿਸਤਾਰ ਕਰਦਾ ਹੈ। 2016 ਤੋਂ 2020-21 ਦਰਮਿਆਨ ਕੈਨੇਡਾ ਵਿੱਚ ਪੱਕੇ ਵਸਨੀਕ ਬਣਨ ਵਾਲੇ ਭਾਰਤੀਆਂ ਦੀ ਗਿਣਤੀ 'ਚ 115% ਦਾ ਵਾਧਾ ਹੋਇਆ। 2015 ਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ H4 ਵੀਜ਼ਾ ਰਾਹੀਂ ਅਮਰੀਕਾ 'ਚ ਕੰਮ ਕਰਨ ਦੀ ਆਗਿਆ ਦਿੱਤੀ ਸੀ। H4 ਵੀਜ਼ਾ ਉਹਨਾਂ ਨਿਰਭਰ ਜੀਵਨ ਸਾਥੀਆਂ ਤੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਅਮਰੀਕਾ ਦੇ ਵਿੱਚ H1B, H2A, H2B ਅਤੇ H3 ਵੀਜ਼ਾ ਧਾਰਕਾਂ ਦੇ ਨਾਲ ਜਾਂਦੇ ਨੇ। H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਉੱਚ ਸਿੱਖਿਅਤ ਹੁੰਦੇ ਨੇ। ਉਹਨਾਂ ਵਿੱਚੋਂ ਬਹੁਤ ਸਾਰੇ STEM ਖੇਤਰਾਂ ਵਿੱਚ ਹੁੰਦੇ ਨੇ। ਜ਼ਬਡੋਨੀ ਨੇ ਕਿਹਾ ਕਿ H1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਪਹੁੰਚਣ ਤੇ ਕੰਮ ਕਰਨ ਦੀ ਆਗਿਆ ਦੇਣ ਨਾਲ ਹੁਨਰਮੰਦ ਕਾਮਿਆਂ ਦੀ ਭਰਤੀ ਅਤੇ ਉਹਨਾਂ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ ਅਤੇ H1B ਵੀਜ਼ਾ ਸ਼੍ਰੇਣੀ ਦੇ ਪਹਿਲਾਂ ਤੋਂ ਹੀ ਕਾਫੀ ਆਰਥਿਕ ਲਾਭਾਂ ਨੂੰ ਵਧਾਇਆ ਜਾਏਗਾ। ਅਮਰੀਕੀ ਕਮਿਊਨਿਟੀ ਸਰਵੇ ਦੇ ਅੰਕੜਿਆਂ ਦੇ ਅਨੁਸਾਰ ਯਾਨੀ ਕਿ 2017 ਤੋਂ 2019 ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਆਧਾਰ ਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ H1B ਵੀਜ਼ਾ ਧਾਰਕਾਂ ਦੇ ਲਗਭਗ 90% ਜੀਵਨ ਸਾਥੀਆਂ ਕੋਲ ਘੱਟੋ-ਘੱਟ ਬੈਚਲਰ ਡਿਗਰੀ ਹੈ ਅਤੇ ਅੱਧੇ ਤੋਂ ਵੱਧ ਗ੍ਰੈਜੂਏਟਸ ਡਿਗਰੀ ਹੈ। ਇਹਨਾਂ 90% ਪਤੀ ਪਤਨੀਆਂ ਵਿੱਚੋਂ 2/3 ਭਾਰਤ ਤੋਂ ਅਤੇ 6% ਚੀਨ ਦੇ ਨੇ। ਸੰਭਾਵਤ H1B ਵੀਜ਼ਾ ਧਾਰਕਾਂ ਦੇ ਲਗਭਗ ਅੱਧੇ ਜੀਵਨ ਸਾਥੀ ਜਿਨ੍ਹਾਂ ਦੇ ਕੋਲ ਬੈਚਲਰਸ ਦੀ ਡਿਗਰੀ ਹੈ ਉਹਨਾਂ ਕੋਲ ਇੱਕ STEM ਸੰਬੰਧੀ ਪ੍ਰਮੁੱਖ ਸਰਟੀਫਿਕੇਟ ਸੀ। ਸੰਭਾਵਤ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਜੋ ਨੌਕਰੀ ਕਰਦੇ ਨੇ 42% ਇੱਕ STEM ਖੇਤਰ ਵਿੱਚ ਕੰਮ ਕਰ ਰਹੇ ਨੇ। 2015 ਵਿੱਚ ਪ੍ਰਕਾਸ਼ਿਤ ਹੋਮਲੈਂਡ ਸਿਕਿਉਰਿਟੀ ਰੈਗੂਲੇਸ਼ਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਰੈਗੂਲੇਸ਼ਨ H4B ਵੀਜ਼ਾ ਰੱਖਣ ਵਾਲੇ ਪਤੀ ਪਤਨੀ ਨੂੰ ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ ਦੇ ਲਈ ਅਰਜ਼ੀ ਦੇਣ ਦੀ ਆਗਿਆ ਦਿੰਦਾ ਹੈ। ਵਰਤਮਾਨ ਵਿੱਚ H4 ਜੀਵਨ ਸਾਥੀ ਕੇਵਲ ਇੱਕ EAD ਲਈ ਅਰਜ਼ੀ ਦੇ ਸਕਦੇ ਨੇ ਅਤੇ ਜਦੋਂ ਉਹਨਾਂ ਦਾ H1B ਜੀਵਨ ਸਾਥੀ ਸਥਾਈ ਵੀਜ਼ਾ ਦੇ ਲਈ ਕਤਾਰ ਵਿੱਚ ਹੈ। ਇਹ ਆਮ ਤੌਰ ਤੇ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ H1B ਨੇ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਕੰਮ ਨਹੀਂ ਕੀਤਾ ਹੋਵੇ। ਦਰਅਸਲ ਕੁਝ ਪਤੀ ਪਤਨੀ ਸਿਰਫ ਉਦੋਂ ਹੀ ਅਰਜ਼ੀ ਦੇ ਸਕਦੇ ਨੇ ਜਦੋਂ ਉਹਨਾਂ ਦੇ H1B ਜੀਵਨ ਸਾਥੀ ਨੇ ਘੱਟੋ-ਘੱਟ 6 ਸਾਲਾਂ ਦੇ ਲਈ ਅਮਰੀਕਾ ਦੇ ਵਿੱਚ ਕੰਮ ਕੀਤਾ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਤਾਂ ਇਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਅਮਰੀਕਾ ਦੇ ਵੀਜ਼ਾਸ ਦੀ। ਤੇ ਹੁਣ H4B ਵੀਜ਼ਾ ਧਾਰਕ ਨੂੰ H1B ਲੋਟਰੀ ਵਿੱਚ ਚੁਣਿਆ ਜਾਣਾ ਚਾਹੀਦਾ ਹੈ ਜੋ ਸਾਲ ਵਿੱਚ ਕੇਵਲ ਇੱਕ ਵਾਰ ਹੁੰਦੀ ਹੈ ਅਤੇ ਇਸ ਦੀ ਸਫਲਤਾ ਦੀ ਸੰਭਾਵਨਾ ਘੱਟ ਹੁੰਦੀ ਹੈ। H4 EADS ਦੀ ਪ੍ਰੋਸੈਸਿੰਗ ਵਿੱਚ ਲੰਬੀ ਦੇਰੀ ਨੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਅਤੇ ਪਤੀ ਪਤਨੀ ਜਿਨ੍ਹਾਂ ਨੂੰ ਕੰਮ ਕਰਨ ਦੇ ਲਈ ਮਨਜ਼ੂਰੀ ਦੀ ਲੋੜ ਹੈ ਨੂੰ ਪਰੇਸ਼ਾਨ ਕੀਤਾ ਹੋਇਆ। ਕਾਮਿਆਂ ਦੇ ਜੀਵਨ ਸਾਥੀ ਜਿਨ੍ਹਾਂ ਕੋਲ L1 ਇੰਟਰਾ ਕੰਪਨੀ ਟ੍ਰਾਂਸਫਰ ਵੀਜ਼ਾ, ਇੱਕ E1 ਸੰਧੀ ਵਪਾਰੀ, ਇੱਕ E2 ਸੰਧੀ ਨਿਵੇਸ਼ਕ ਜਾਂ ਆਸਟ੍ਰੇਲੀਆ ਵੀਜ਼ਾ ਤੋਂ E3 ਸਪੈਸ਼ਲਿਟੀ ਕਿੱਤਾ ਕਰਮਚਾਰੀ ਹੈ ਨੂੰ ਕੰਮ ਕਰਨ ਦੀ ਆਗਿਆ ਹੈ।
ਇਹਨਾਂ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਰੋਜ਼ਗਾਰ ਅਧਿਕਾਰ ਘਟਨਾ ਸਥਿਤ ਨੂੰ ਮੰਨਿਆ ਜਾਂਦਾ ਹੈ, ਭਾਵ ਉਹਨਾਂ ਦਾ ਵੀਜ਼ਾ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦਿੰਦਾ ਹੈ ਅਤੇ ਉਹਨਾਂ ਨੂੰ EAD ਲਈ ਵੱਖਰੇ ਤੌਰ ਤੇ ਅਰਜ਼ੀ ਦੇਣ ਦੀ ਲੋੜ ਨਹੀਂ ਹੁੰਦੀ। 2015 ਦੇ ਮੱਧ ਤੋਂ ਲਗਭਗ 1,71,000 H4 ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਅਧਿਕਾਰ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਇੱਕ ਮਹੱਤਵਪੂਰਨ ਹਿੱਸਾ ਭਾਰਤ ਤੋਂ ਹੈ। ਵਿੱਤੀ ਸਾਲ 2021 ਵਿੱਚ ਭਾਰਤੀਆਂ ਨੇ ਸਭ ਤੋਂ ਵੱਧ H1B ਵੀਜ਼ਾ ਹਾਸਲ ਕੀਤੇ, ਭਾਵ ਅਲਾਟਮੈਂਟਸ ਦੇ 74% ਤੋਂ ਵੱਧ। USCIS ਦੁਆਰਾ ਮਨਜ਼ੂਰ 4,07,000 H1B ਵੀਜ਼ਿਆਂ ਵਿੱਚੋਂ 3,01,000 ਭਾਰਤੀਆਂ ਨੂੰ ਅਲਾਟ ਕੀਤੇ ਗਏ, ਜਦੋਂ ਕਿ 50,000 ਚੀਨੀਆਂ ਨੂੰ ਵੀਜ਼ੇ ਮਿਲੇ ਨੇ। ਖੋਜ ਦਰਸਾਉਂਦੀ ਹੈ ਕਿ H1B ਵੀਜ਼ਾ ਸ਼੍ਰੇਣੀ ਆਰਥਿਕ ਵਿਕਾਸ ਨੂੰ ਗਤੀ ਦਿੰਦੀ ਹੈ, ਅਮਰੀਕੀ ਕਰਮਚਾਰੀਆਂ ਲਈ ਨੌਕਰੀਆਂ ਪੈਦਾ ਕਰਦੀ ਹੈ ਅਤੇ ਉੱਚ ਤਨਖਾਹ ਵਾਲੀਆਂ ਨੌਕਰੀਆਂ ਦੇ ਆਫਸ਼ੋਰਿੰਗ ਨੂੰ ਹੌਲੀ ਕਰਦੀ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਵੱਲੋਂ ਵਿਜ਼ਿਟਰ ਵੀਜ਼ਾ ਦੇ ਮਾਮਲੇ 'ਚ ਭਾਰਤੀ ਲੋਕਾਂ ਨਾਲ ਸਰਾਸਰ ਵਿਤਕਰਾ ਕੀਤਾ ਜਾ ਰਿਹਾ, ਜਿਨ੍ਹਾਂ ਦਾ ਉਡੀਕ ਸਮਾਂ 3 ਸਾਲ ਦੇ ਨੇੜੇ ਪਹੁੰਚ ਗਿਆ, ਜਦਕਿ ਇਸ ਦੇ ਉਲਟੇ ਚੀਨੀ ਲੋਕਾਂ ਨੂੰ ਕੇਵਲ 3 ਦਿਨ ਦੇ ਅੰਦਰ ਵੀਜ਼ਾ ਅਪਾਇੰਟਮੈਂਟਸ ਮਿਲ ਰਹੀਆਂ ਨੇ ਔਰ ਅਮਰੀਕਾ ਵਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਇਸ ਪਾਸੇ ਹਮਲਾ ਮਾਰਦਿਆਂ ਵਿਦੇਸ਼ ਮੰਤਰੀ ਬਲਿੰਕਨ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਵੀ ਕਰ ਦਿੱਤੀ ਗਈ ਹੈ। ਕੈਨੇਡਾ ਦੇ ਦੇਸ਼ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਸੰਖਿਆ ਵਿੱਚ ਵੱਡੇ ਵਾਧੇ ਦੇ ਲਈ ਯੋਜਨਾਵਾਂ ਦਾ ਐਲਾਨ ਇਸ ਹਫ਼ਤੇ ਕੀਤਾ ਗਿਆ, ਜਿਸ ਵਿੱਚ 2025 ਤੱਕ ਹਰ ਸਾਲ 5 ਲੱਖ ਲੋਕਾਂ ਨੂੰ ਇੱਥੇ ਲਿਆਉਣ ਦਾ ਟੀਚਾ ਵੀ ਹੈ, ਕਿਉਂਕਿ ਇਹ ਮਜ਼ਦੂਰਾਂ ਦੀ ਗੰਭੀਰ ਘਾਟ ਨੂੰ ਪੂਰਾ ਕਰਨਾ ਚਾਹੁੰਦੇ ਨੇ। ਔਰ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਮੰਗਲਵਾਰ ਨੂੰ ਨਵੀਂ ਯੋਜਨਾ ਦਾ ਇਸ ਹਫ਼ਤੇ ਖੁਲਾਸਾ ਕੀਤਾ ਸੀ। ਇਹ ਯੋਜਨਾ ਪਰਿਵਾਰਕ ਮੈਂਬਰਾਂ ਅਤੇ ਸ਼ਰਨਾਰਥੀਆਂ ਦੇ ਲਈ ਵਧੇਰੇ ਮਾਮੂਲੀ ਟੀਚਿਆਂ ਦੇ ਨਾਲ-ਨਾਲ ਲੋੜੀਂਦੇ ਕੰਮ ਦੇ ਹੁਨਰ ਅਤੇ ਤਜਰਬੇ ਵਾਲੇ ਵਧੇਰੇ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਤੇ ਬਹੁਤ ਜ਼ੋਰ ਦਿੰਦਾ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਇਸ ਯੋਜਨਾ ਦਾ ਸਵਾਗਤ ਵੀ ਕੀਤਾ ਹੈ। ਫਰੇਜ਼ਰ ਨੇ ਕਿਹਾ ਕਿ ਕੋਈ ਗਲਤੀ ਨਾ ਕਰੋ, ਇਹ ਕੈਨੇਡਾ ਵਿੱਚ ਆਰਥਿਕ ਪ੍ਰਵਾਸ ਵਿੱਚ ਇੱਕ ਵੱਡਾ ਵਾਧਾ ਹੈ। ਅਸੀਂ ਆਰਥਿਕ ਪ੍ਰਵਾਸ ਤੇ ਅਜਿਹਾ ਫੋਕਸ ਨਹੀਂ ਦੇਖਿਆ ਜਿੰਨਾ ਅਸੀਂ ਇਸ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਦੇਖਿਆ। ਨਵੀਂ ਯੋਜਨਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੇ ਆਗਮਨ 'ਚ ਵੱਡੇ ਪੱਧਰ ਤੇ ਵਾਧੇ ਦੀ ਕਲਪਨਾ ਕੀਤੀ ਜਾ ਰਹੀ ਹੈ, ਜਿਸ ਨਾਲ 2023 ਵਿੱਚ ਦੇਸ਼ ਦੇ ਬਾਹਰ 4,65,000 ਲੋਕ ਆਉਣਗੇ, ਜੋ ਕਿ 2025 ਵਿੱਚ ਵੱਧ ਕੇ 5 ਲੱਖ ਹੋ ਜਾਣਗੇ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਸਾਲ 4,05,000 ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਗਿਆ। ਉਹਨਾਂ ਵਿੱਚੋਂ ਬਹੁਤੇ ਨਵੇਂ ਆਉਣ ਵਾਲੇ ਉਹ ਹੋਣਗੇ ਜੋ ਆਰਥਿਕ ਪ੍ਰਵਾਸੀ ਵਜੋਂ ਜਾਣੇ ਜਾਂਦੇ ਨੇ, ਜਿਨ੍ਹਾਂ ਤੋਂ ਲਗਭਗ 1 ਮਿਲੀਅਨ ਨੌਕਰੀਆਂ ਵਿੱਚੋਂ ਕੁਝ ਨੂੰ ਭਰਨ ਦੀ ਉਮੀਦ ਕੀਤੀ ਜਾਏਗੀ, ਜੋ ਵਰਤਮਾਨ ਵਿੱਚ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਵਿੱਚ ਖਾਲੀ ਬੈਠੇ ਨੇ। ਫਰੇਜ਼ਰ ਨੇ ਕਿਹਾ, ਯਾਨੀ ਕਿ ਇਮੀਗ੍ਰੇਸ਼ਨ ਮੰਤਰੀ ਕੈਨੇਡਾ ਦੇ, ਕਿ ਉਸ ਸਮੇਂ ਕੈਨੇਡੀਅਨ ਅਰਥ ਵਿਵਸਥਾ ਵਿੱਚ 10 ਲੱਖ ਨੌਕਰੀਆਂ ਉਪਲਬਧ ਸੀ, ਜਦੋਂ ਇਮੀਗ੍ਰੇਸ਼ਨ ਪਹਿਲਾਂ ਹੀ ਸਾਡੀ ਕਿਰਤ ਸ਼ਕਤੀ ਦੇ ਲਗਭਗ ਸਾਰੇ ਵਾਧੇ ਦੇ ਲਈ ਜ਼ਿੰਮੇਵਾਰ ਹੈ। ਅਗਲੇ 3 ਸਾਲਾਂ ਵਿੱਚ ਇਮੀਗ੍ਰੇਸ਼ਨ ਵਿੱਚ ਜ਼ਿਆਦਾਤਰ ਯੋਜਨਾਬੱਧ ਵਾਧਾ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੋਏਗਾ। ਨਵੀਂ ਯੋਜਨਾ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪਰਿਵਾਰਕ ਮੈਂਬਰਾਂ ਦੀ ਗਿਣਤੀ 'ਚ ਥੋੜੇ ਜਿਹੇ ਵਾਧੇ ਦੀ ਮੰਗ ਵੀ ਕਰਦੀ ਹੈ। ਇਹ 2023 ਵਿੱਚ 76,000 ਤੇ ਉੱਚੇ ਪੱਧਰ ਤੇ 2025 ਵਿੱਚ 73,000 ਤੋਂ ਘੱਟ ਸ਼ਰਨਾਰਥੀਆਂ ਦੀ ਸੰਖਿਆ ਵਿੱਚ ਸਮੁੱਚੀ ਕਮੀ ਹੋਣ ਦਾ ਅਨੁਮਾਨ ਲਗਾਉਂਦਾ ਹੈ, ਜਿਸ ਦੇ ਲਈ ਫਰੇਜ਼ਰ ਨੇ ਸਰਕਾਰ ਦੀ ਅਗਲੇ ਸਾਲ 40,000 ਅਫਗਾਨ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਦੀ ਯੋਜਨਾ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਅੱਗੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਅਸੀਂ ਵਿਸ਼ਵ ਪੱਧਰ ਤੇ ਸੈਟਲ ਕੀਤੇ ਗਏ ਸ਼ਰਨਾਰਥੀਆਂ ਦੀ ਕੁੱਲ ਗਿਣਤੀ ਦੇ 1/3 ਨੂੰ ਵੱਧ ਤੋਂ ਮੁੜ ਵਸਾਇਆ। ਕੈਨੇਡਾ ਵਿੱਚ UNHCR ਦੀ ਪ੍ਰਤੀਨਿਧ ਰੀਮਾ ਜੇਮਸ ਇਮਸੀਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਆਪਣੀ ਸਮੁੱਚੀ ਇਮੀਗ੍ਰੇਸ਼ਨ ਵਿਕਾਸ ਯੋਜਨਾ ਦੇ ਹਿੱਸੇ ਵਜੋਂ ਸ਼ਰਨਾਰਥੀ ਮੁੜ ਵਸੇਵੇ ਦੇ ਲਈ ਕੈਨੇਡਾ ਦੀ ਨਿਰੰਤਰ ਵਚਨਬੱਧਤਾ ਦਾ ਸਵਾਗਤ ਕਰਦੀ ਹੈ। ਕੈਨੇਡੀਅਨ ਉਦਯੋਗ ਦਾ ਹੁੰਗਾਰਾ ਵਧੇਰੇ ਮਿਸ਼ਰਤ ਸੀ। ਕੈਨੇਡਾ ਦੀ ਬਿਜ਼ਨਸ ਕੌਂਸਲ ਨੇ ਦਲੀਲ ਦਿੱਤੀ ਕਿ ਸਰਕਾਰ ਦੀ ਯੋਜਨਾ ਦੇਸ਼ ਦੀ ਬੇਮਿਸਾਲ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਦੇ ਲਈ ਕਾਫੀ ਨਹੀਂ ਹਨ। ਵਿਰੋਧੀ ਕੰਜ਼ਰਵੇਟਿਵ ਇਮੀਗ੍ਰੇਸ਼ਨ ਆਲੋਚਕ ਟੌਮ ਕੈਮਿਗ ਨੇ ਵੀ ਕੈਨੇਡਾ 'ਚ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਿੱਚ ਨਾਟਕੀ ਢੰਗ ਨਾਲ ਵਾਧਾ ਕਰਨ ਦੀ ਯੋਜਨਾ ਦਾ ਸਵਾਗਤ ਕੀਤਾ, ਪਰ ਸਵਾਲ ਕੀਤਾ ਹੈ ਕਿ ਸਰਕਾਰ ਅਸਲ ਵਿੱਚ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਯੋਗ ਹੋਏਗੀ ਤਾਂ ਕਿਵੇਂ। ਬੇਸ਼ੱਕ ਕੈਨੇਡਾ ਸਰਕਾਰ ਨੇ ਬੀਤੇ ਦਿਨ ਆਪਣੇ ਇਮੀਗ੍ਰੇਸ਼ਨ ਟੀਚੇ ਨੂੰ ਵਧਾਉਂਦਿਆਂ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ PR ਦੇਣ ਦਾ ਐਲਾਨ ਕੀਤਾ ਹੈ, ਪਰ ਇਸ ਦਾ ਆਪਣਾ ਕਿਊਬੈਕ ਸੂਬਾ ਫੈਡਰਲ ਸਰਕਾਰ ਦੇ ਇਹਨਾਂ ਨਿਯਮਾਂ ਨੂੰ ਟਿੱਚ ਜਾਣ ਰਿਹਾ। ਇਸ ਸੂਬੇ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਸਾਲਾਨਾ ਕੇਵਲ 50,000 ਪ੍ਰਵਾਸੀਆਂ ਨੂੰ ਹੀ ਐਂਟਰੀ ਦੇ ਸਕਦੇ ਨੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸੁਨਹਿਰੇ ਭਵਿੱਖ ਦੀ ਆਸ ਵਿੱਚ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਜਾਣਾ ਪਸੰਦ ਕਰਦੇ ਨੇ। ਇਸ ਦੇ ਲਈ ਪੰਜਾਬ ਵਿੱਚ ਅੰਗਰੇਜ਼ੀ ਦੇ ਬਾਅਦ ਹੁਣ ਫ੍ਰੈਂਚ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਪੰਜਾਬ ਦੇ ਵੱਖਰੇ ਕਾਲਜਿਸ ਅਤੇ ਯੂਨੀਵਰਸਿਟੀਜ਼ ਤੋਂ 8,000 ਵਿਦਿਆਰਥੀਆਂ ਨੇ ਫ੍ਰੈਂਚ ਭਾਸ਼ਾ ਦੇ ਲਈ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਿਸ ਕੀਤੇ।
इस बार ये गिणती 50% ਵੱਧ ਕੇ 12,000 ਹੋਣ ਦੀ ਵੀ ਆਸ ਹੈ। फ्रेंच ग्रेजुएट एक विद्यार्थी ने दस्सिया है कि कैनेडा च फ्रेंच दूजी अधिकारत भाषा है, क्योंकि कैनेडा में फ्रेंच बोलण वाले विद्यार्थियों की गिणती लगातार घट रही है। इस दे मद्देनज़र कैनेडियन संसद की एक स्पैशल कमेटी ने अपनी रिपोर्ट में सिफारिश की है कि फ्रेंच बोलण वाले विद्यार्थियों को पहले आधार पर वीज़ा दिता जाए। फ्रेंच का पद्धर V1 ਜਾਂ B2 डिप्लोमा होने नाल वीज़ा असैसमेंट में 65 पॉइंट्स वध मिलते हैं। कनेडा में साल 2019 च 2.8% ਅਤੇ 2020 ਵਿੱਚ 3.6% फ्रेंच बोलण वाले विद्यार्थी आए। कनेडा सरकार ने हुण इस साल 4.4% टीचा प्राप्त करने का फैसला किया, जिस नूं बाद विच वधा के 7% तक किया जाएगा। एक माहिर ने दस्सिया है कि फ्रेंच कोर्सिस के लिए कॉलेज और यूनीवर्सिटीज़ में दाखले लिए चंडीगढ़ और पंजाब में गिणती वधी है। साल 2019-20 के मुकाबले इस साल फ्रांस जाने वाले विद्यार्थी भी वधे ने। ਇਹ ਸਹੀ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਫ੍ਰੈਂਚ ਕੋਰਸਿਸ ਨੂੰ ਮੁੱਖ ਤੌਰ ਤੇ ਕੈਨੇਡਾ 'ਚ ਸਟੱਡੀ ਅਤੇ ਪੀਆਰ ਦੇ ਲਈ ਕਰ ਰਹੇ ਨੇ, ਪਰ ਫਰਾਂਸ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਭਾਰਤ ਤੇ ਇੰਗਲੈਂਡ ਵਿਚਕਾਰ ਇਮੀਗ੍ਰੇਸ਼ਨ ਰੂਲਸ ਨਰਮ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਲੰਡਨ ਹੀਥਰੋ ਏਅਰਪੋਰਟ ਤੇ ਹਰ ਰੋਜ਼ ਹੜ ਜਿਹਾ ਆਉਣ ਕਾਰਨ ਬਹੁਤਾਤ ਏਸ਼ੀਅਨ ਲੋਕ ਲਾਲਚ ਵਸ ਘਰਾਂ ਦੇ ਕਿਰਾਏ ਦੁੱਗਣੇ ਤਿੱਗਣੇ ਕਰਕੇ ਵਿਦਿਆਰਥੀਆਂ ਦਾ ਜਿੱਥੇ ਸ਼ੋਸ਼ਣ ਕਰ ਰਹੇ ਨੇ, ਉੱਥੇ ਹੀ ਏਜੰਟਾਂ ਨੇ ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ਤੇ ਸੌਣ ਦੇ ਲਈ ਮਜਬੂਰ ਕਰ ਦਿੱਤਾ ਹੈ। ਭਾਰਤ ਤੋਂ ਲੰਡਨ ਜਾ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਜਾਂ ਹੋਰ ਸੂਬਿਆਂ ਦੇ ਨਾਲ ਸੰਬੰਧਿਤ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਉਤਰਦੇ ਹੀ ਲੰਡਨ ਦੇ ਸਲੋ, ਸਾਊਥਹਾਲ, ਹੀਲਜ਼, ਹੰਸੋਲ ਆਦਿ ਸ਼ਹਿਰਾਂ 'ਚ ਆ ਰਹੇ ਨੇ। ਇੱਥੇ ਵੀ ਜ਼ਿਕਰਯੋਗ ਹੈ ਕਿ ਬਹੁਤੇ ਪਾੜੇ ਚੜ੍ਹਦੀ ਜਵਾਨੀ 'ਚ ਹੀ ਮੋਟਾ ਕਰਜ਼ਾ ਚੁੱਕ ਕੇ ਵਿਆਹ ਕਰਵਾ ਕੇ ਲੜਕੇ ਲੜਕੀਆਂ ਇੱਕ ਦੂਜੇ ਤੇ ਨਿਰਭਰ ਹੋ ਕੇ ਆ ਰਹੇ ਨੇ, ਜਿਨ੍ਹਾਂ ਦਾ ਵਿਦੇਸ਼ੀ ਧਰਤੀ ਤੇ ਕੋਈ ਜਾਣ ਪਛਾਣ ਵਾਲਾ ਤੱਕ ਨਹੀਂ ਹੁੰਦਾ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਆਉਣ ਤੇ ਏਸ਼ੀਆਈ ਲੋਕ ਜਿਨ੍ਹਾਂ ਕੋਲ ਪੁਰਾਣੇ ਘਰ ਹਨ, ਉਹ ਵਿਦਿਆਰਥੀ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਨੇ, ਜਿੱਥੇ ਇੱਕ ਸਭ ਤੋਂ ਛੋਟਾ ਕਮਰੇ ਦਾ 800 ਤੋਂ 900 ਪਾਉਂਡ ਭਾਰਤੀ ਕਰੰਸੀ ਦੇ ਮੁਤਾਬਕ 90,000 ਰੁਪਏ ਕਿਰਾਇਆ ਮੰਗਿਆ ਜਾ ਰਿਹਾ ਤੇ 3 ਬੈਡਰੂਮ ਦਾ ਘਰ ਭਾਰਤੀ ਕਰੰਸੀ ਦੇ ਮੁਤਾਬਕ 4 ਲੱਖ ਤੋਂ ਉੱਪਰ ਮਿਲਦਾ ਹੈ ਜਾਂ ਬਿਲਕੁਲ ਹੀ ਕੋਈ ਕਮਰਾ ਕਿਰਾਏ ਤੇ ਨਹੀਂ ਮਿਲ ਰਿਹਾ। ਔਰ ਸਾਊਥ ਹਾਲ ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਨੂੰ ਵਾਰ-ਵਾਰ ਵਿਦਿਆਰਥੀਆਂ ਨੂੰ ਸਸਤੇ ਰੇਟ ਤੇ ਘਰ ਦੇਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿੱਚ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਬੱਚੀਆਂ ਕੋਈ ਬਾਹਰੀ ਵਿਅਕਤੀ ਦਾ शोषण के हथ न लगन। और क्योंकि बीते दिन ही पंजाब तो आईयां कुछ मुटियारां वल्लों एक मशहूर दुकान विच काम करन बदले मालका वल्लों जबरी शरीरिक संबंध बनाउण दे लई मजबूर करन बदले सिख नौजवानां जथेबंदियां ने गंभीर नोटिस लिया सी, जो अजे ये मामला और मसला हल नहीं होया। ते एक विल्डर वल्लों विद्यार्थी कामे नूं कुੱਟਣ ਦੀ वीडियो वायरल होण कारण पंजाबियां दी अपने सूबे दे लोकां नाल धक्का करन कारण बदनामी खटनी पई सी। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਬਰਤਾਨੀਆ ਹੋਮ ਸੈਕਟਰੀ ਵੱਲੋਂ ਭਾਰਤ ਤੋਂ ਆ ਰਹੇ ਵਿਦਿਆਰਥੀਆਂ ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਵਿਦਿਆਰਥੀਆਂ ਦੇ ਨਾਲ ਆ ਰਹੇ ਨਿਰਭਰ ਮੈਂਬਰ ਯੋਗ ਕਾਮੇ ਨਹੀਂ ਹਨ, ਪਰ ਸਰਕਾਰ ਡਿੱਗਣ ਕਾਰਨ ਗੱਲ ਆਈ ਗਈ ਹੋ ਗਈ। ਪਰ ਮੁੜ ਬਣੀ ਸਰਕਾਰ ਵਿੱਚ ਮੁੜ ਤੋਂ ਆਈ ਹੋਮ ਸੈਕਟਰੀ ਅੱਗੇ ਕਿਹੜੇ ਨਵੇਂ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਆਉਂਦੇ ਨੇ ਕੁਝ ਪਤਾ ਨਹੀਂ ਹੈ। ਵਿਦਿਆਰਥੀਆਂ ਤੇ ਅਜੇ ਤਲਵਾਰ ਲਟਕੀ ਹੋਈ ਹੈ। ਦੱਸਣਯੋਗ ਹੈ ਕਿ ਬਹੁਤੇ ਭਾਰਤੀ ਏਜੰਟ ਮੋਟੀਆਂ ਰਕਮਾਂ ਲੈ ਕੇ ਸਾਲ ਦੀ ਫੀਸ ਤੇ ਰਹਿਣ ਦੇ ਲਈ ਥਾਂ ਹੋਣ ਦਾ ਕਹਿ ਕੇ ਵੀਜ਼ਾ ਮੁਹੱਈਆ ਕਰਵਾ ਰਹੇ ਨੇ, ਜਦੋਂ ਕਿ ਸੱਚਾਈ ਕੋਹਾਂ ਦੂਰ ਹੈ। ਵਿਦਿਆਰਥੀਆਂ ਨੂੰ ਆਉਂਦੇ ਹੀ ਫੀਸ ਮੋੜ ਭਰਨ ਦੇ ਲਈ ਯੂਨੀਵਰਸਿਟੀਜ਼ ਕਹਿ ਰਹੀਆਂ ਨੇ ਤੇ ਰਹਿਣ ਦੇ ਲਈ ਥਾਂ ਵਿਦਿਆਰਥੀਆਂ ਨੂੰ ਖੁਦ ਲੱਭਣੀ ਪੈਂਦੀ ਹੈ, ਜਿਸ ਕਾਰਨ ਵਿਦਿਆਰਥੀ ਸੜਕਾਂ ਤੇ ਸੌਣ ਦੇ ਲਈ ਮਜਬੂਰ ਹੋ ਰਹੇ ਨੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਹਾਂਗਕਾਂਗ ਨੇ ਗਲੋਬਲ ਟੈਲੈਂਟਸ ਨੂੰ ਆਕਰਸ਼ਿਤ ਕਰਨ ਦੇ ਲਈ ਨਵੀਂ ਵੀਜ਼ਾ ਸਕੀਮ ਸ਼ੁਰੂ ਕੀਤੀ ਹੈ। ਇਸ ਵੀਜ਼ਾ ਸਕੀਮ ਦੇ ਨਾਲ ਗ੍ਰੈਜੂਏਟਸ ਅਤੇ ਉੱਚ ਆਮਦਨੀ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਨੌਕਰੀ ਦੀ ਪੇਸ਼ਕਸ਼ ਹਾਂਗਕਾਂਗ ਜਾਣ ਦੀ ਆਗਿਆ ਦਿੱਤੀ ਮਿਲੇਗੀ। ਔਰ ਹਾਲ ਹੀ ਵਿੱਚ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਜ਼ੋਹਨ ਲੀ ਨੇ ਟੌਪ ਟੈਲੈਂਟ ਪਾਸ ਸਕੀਮ ਦਾ ਐਲਾਨ ਕੀਤਾ। ਅਜਿਹਾ ਕਰਨ ਪਿੱਛੇ ਹਾਂਗਕਾਂਗ ਸਰਕਾਰ ਨੂੰ ਉਮੀਦ ਹੈ ਕਿ 2 ਸਾਲਾਂ ਦੇ ਵਰਕਿੰਗ ਵੀਜ਼ੇ ਨਾਲ ਹਾਂਗਕਾਂਗ ਕਰੀਅਰ ਬਣਾਉਣ ਦੇ ਲਈ ਟੈਲੈਂਟ ਨੂੰ ਵਿਆਪਕ ਰੂਪ ਵਿੱਚ ਨਿਖਾਰੇਗਾ। ਲੀ ਨੇ ਕਿਹਾ ਕਿ ਸਾਨੂੰ ਇੰਟਰਪ੍ਰਾਈਜ਼ਸ ਦੇ ਲਈ ਪ੍ਰਤਿਭਾ ਦੇ ਲਈ ਮੁਕਾਬਲੇਬਾਜ਼ੀ 'ਚ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਲੀ ਨੇ ਅੱਗੇ ਕਿਹਾ ਕਿ ਲੋਕਲ ਟੈਲੈਂਟ ਨੂੰ ਸਰਗਰਮ ਢੰਗ ਨਾਲ ਅੱਗੇ ਵਧਾਉਣ ਤੋਂ ਇਲਾਵਾ ਸਰਕਾਰ ਪ੍ਰਤਿਭਾਵਾਂ ਦੇ ਲਈ ਦੁਨੀਆ ਭਰ 'ਚ ਸਰਗਰਮ ਰਹੇਗੀ। ਇਹ ਸਕੀਮ ਉਹਨਾਂ ਵਿਅਕਤੀਆਂ ਨੂੰ 2 ਸਾਲਾਂ ਦਾ ਵੀਜ਼ਾ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ 2021 'ਚ ਸਾਲਾਨਾ ਤਨਖਾਹ 2.5 ਮਿਲੀਅਨ ਹਾਂਗਕਾਂਗ ਡਾਲਰ ਜਾਂ ਇਸ ਤੋਂ ਵੱਧ ਸੀ ਅਤੇ ਪਿਛਲੇ 5 ਸਾਲਾਂ ਵਿੱਚ ਘੱਟੋ-ਘੱਟ 3 ਸਾਲਾਂ ਦੇ ਕੰਮ ਦੇ ਤਜਰਬੇ ਦੇ ਨਾਲ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਜ਼ ਦੇ ਗ੍ਰੈਜੂਏਟਸ ਨੇ। ਕੌਂਸਲੇਟ ਜਰਨਲ ਦੀ ਵੈਬਸਾਈਟ ਤੇ ਜੁਲਾਈ 2022 ਦੇ ਅਪਡੇਟ ਦੇ ਅਨੁਸਾਰ ਹਾਂਗਕਾਂਗ 'ਚ 42,000 ਤੋਂ ਵੱਧ ਭਾਰਤੀ ਨੇ। ਇਹਨਾਂ ਵਿੱਚੋਂ ਕਰੀਬ 33,000 ਭਾਰਤੀ ਪਾਸਪੋਰਟ ਰੱਖਦੇ ਨੇ। ਲੀ ਨੇ ਕਿਹਾ ਕਿ ਸਰਕਾਰ ਦੇ ਵਿਦੇਸ਼ੀ ਦਫ਼ਤਰ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਜ਼ ਅਤੇ ਉਹਨਾਂ ਦੇ ਗ੍ਰੈਜੂਏਟਸ ਨਾਲ ਸੰਪਰਕ ਕਰਨ ਲਈ ਟੀਮਾਂ ਦਾ ਗਠਨ ਕਰਨਗੇ।
ਸੰਬੋਧਨ ਦੌਰਾਨ ਉਹਨਾਂ ਨੇ ਕਿਹਾ ਕਿ ਮਹਾਮਾਰੀ 'ਚ ਪਿਛਲੇ 2 ਸਾਲਾਂ 'ਚ ਹਾਂਗਕਾਂਗ ਤੋਂ ਲਗਭਗ 1,40,000 ਲੋਕਾਂ ਨੂੰ ਆਪਣੀ ਨੌਕਰੀ ਤੋਂ ਵਾਂਝੇ ਹੋਣਾ ਪਿਆ ਸੀ। ਹੁਣ ਚੀਜ਼ਾਂ ਆਮ ਵਾਂਗ ਹੋਣ ਦੇ ਲਈ ਹਰ ਸਾਲ 35,000 ਯੋਗ ਲੋਕਾਂ ਨੂੰ ਦੇਸ਼ 'ਚ ਲਿਆਉਣ ਦਾ ਨੀਤੀਗਤ ਟੀਚਾ ਪੇਸ਼ ਕੀਤਾ ਗਿਆ ਹੈ। ਲੀ ਨੇ ਵਿਦੇਸ਼ੀਆਂ ਦੀ ਭਰਤੀ ਕਰਨ ਵਾਲੇ ਰੁਜ਼ਗਾਰ ਦਾਤਿਆਂ ਦੇ ਲਈ ਟੈਕਸ ਛੋਟਾਂ ਵਿੱਚ ਵਧੇਰੇ ਸੁਵਿਧਾਜਨਕ ਪ੍ਰਕਿਰਿਆ ਨਾਲ ਤਜਵੀਜ਼ਾਂ ਦਾ ਵੀ ਐਲਾਨ ਕੀਤਾ ਹੈ। ਬ੍ਰਿਟੇਨ ਸਥਿਤ ਭਾਰਤੀ ਦੂਤਘਰ ਗਰੁੱਪ ਟੂਰ ਦੀ ਸਹੂਲਤ ਲਈ ਸੈਂਟਰਲ ਲੰਡਨ ਵਿੱਚ ਇੱਕ ਨਵਾਂ ਪ੍ਰੋਸੈਸਿੰਗ ਸੈਂਟਰ ਖੋਲ੍ਹਣ ਜਾ ਰਿਹਾ। ਇੱਕ ਵੀਡੀਓ ਸੰਦੇਸ਼ ਵਿੱਚ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਈ ਨੇ ਕਿਹਾ ਕਿ VFS ਵਿੱਚ ਭਾਈਵਾਲ ਕਾਰਨ ਹੁਣ ਅਪਾਇੰਟਮੈਂਟਸ ਦੀ ਗਿਣਤੀ ਵੱਧ ਕੇ 40,000 ਤੱਕ ਲਿਜਾਣ ਦੀ ਸੋਚ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਥਾਨਕ ਮੀਡੀਆ ਵਿੱਚ ਖਬਰਾਂ ਆ ਰਹੀਆਂ ਸਨ ਕਿ ਕੁਝ ਕੇਂਦਰਾਂ ਤੇ ਨਵੰਬਰ ਦੇ ਮੱਧ ਤੱਕ ਵੀਜ਼ਾ ਲਈ ਗੱਲਬਾਤ ਕਰਨ ਦੇ ਲਈ ਸਾਰੇ ਸਲੋਟ ਭਰੇ ਹੋਏ ਨੇ, ਜਿਸ ਨਾਲ ਬ੍ਰਿਟਿਸ਼ ਨਾਗਰਿਕਾਂ ਨੂੰ ਦਿੱਕਤ ਹੋ ਰਹੀ ਹੈ। ਸ਼ਿਕਾਇਤ ਇਹ ਵੀ ਸੀ ਕਿ ਨਿਯਮ ਵਿੱਚ ਬਦਲਾਅ ਕਾਰਨ ਅਰਜ਼ੀਦਾਤਾ ਨੂੰ ਨਿੱਜੀ ਤੌਰ ਤੇ ਵੀਜ਼ਾ ਅਰਜ਼ੀ ਕੇਂਦਰ ਤੇ ਹਾਜ਼ਰ ਰਹਿਣਾ ਜ਼ਰੂਰੀ ਹੋ ਗਿਆ ਅਤੇ ਉਹ ਏਜੰਟਾਂ ਦੀ ਸੇਵਾ ਨਹੀਂ ਲੈ ਸਕਦੇ ਨੇ। ਹਾਲਾਂਕਿ ਹਾਈ ਕਮਿਸ਼ਨ ਨੇ ਨਿਯਮ ਵਿੱਚ ਕਿਸੇ ਬਦਲਾਅ ਤੋਂ ਇਨਕਾਰ ਕੀਤਾ ਹੈ। ਭਾਰਤ ਵਿੱਚ ਵਿਦੇਸ਼ੀ ਯਾਤਰੀਆਂ ਦੇ ਆਉਣ ਦਾ ਇੱਕ ਵੱਡਾ ਸੋਮਾ ਬ੍ਰਿਟੇਨ ਹੈ, ਪਰ ਨਾਗਰਿਕ ਵੀਜ਼ਾ ਦੇ ਯੋਗ ਨਹੀਂ ਹਨ। 2021 ਵਿੱਚ 1,60,000 ਤੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕ ਭਾਰਤ ਆਏ, ਜੋ ਸੈਲਾਨੀਆਂ ਦੀ ਕੁੱਲ ਆਮਦ ਦਾ 10.75% ਹੈ। ਅਮਰੀਕਾ ਤੇ ਬੰਗਲਾਦੇਸ਼ ਤੋਂ ਬਾਅਦ ਬ੍ਰਿਟੇਨ ਦੇ ਸਭ ਤੋਂ ਜ਼ਿਆਦਾ ਲੋਕ ਭਾਰਤ ਆਉਂਦੇ ਨੇ। ਅਕਤੂਬਰ ਵਿੱਚ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬ੍ਰਿਟੇਨ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਸਹੂਲਤ ਬਹਾਲ ਕਰਨ ਦੀ ਮੰਗ ਕੀਤੀ ਸੀ। ਇੰਡੀਗੋ ਨੇ ਇੰਦੌਰ ਚੰਡੀਗੜ੍ਹ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਨੇ। ਇਸ ਸੰਬੰਧੀ ਕਰਵਾਏ ਸਮਾਰੋਹ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਯੋਤਿਰਾਦਿੱਤਿਆ ਸਿੰਧਿਆ ਅਤੇ ਇੰਦੌਰ ਦੇ ਕੁਝ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇੰਦੌਰ ਅਤੇ ਚੰਡੀਗੜ੍ਹ ਦੋਵੇਂ ਸਮਾਰਟ ਸ਼ਹਿਰ ਨੇ ਅਤੇ ਇਤਿਹਾਸਕ ਮਹੱਤਤਾ ਰੱਖਦੇ ਨੇ। ਇੱਥੇ ਬਹੁਤ ਸਾਰੇ ਸੈਰ ਸਪਾਟਾ ਸਥਾਨ ਖਿੱਚ ਦਾ ਕੇਂਦਰ ਨੇ। ਇੰਡੀਗੋ ਦੇ ਮੁੱਖ ਰਣਨੀਤਿਕ ਘਾੜੇ ਅਤੇ ਮਾਲ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ, ਘਰੇਲੂ ਸੰਪਰਕ ਨੂੰ ਮਜ਼ਬੂਤ ਅਤੇ ਪਹੁੰਚ ਨੂੰ ਸੁਖਾਲਾ ਕਰਨ ਦੇ ਮਿਸ਼ਨ ਤਹਿਤ ਇੰਦੌਰ ਤੋਂ ਚੰਡੀਗੜ੍ਹ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। इस हफ्ते रूसी एयरलाइन एरोफ्लोट मास्को तो गोवा तक उड़ान सेवा शुरू करने की योजना बना रही सी और उड़ान दे 2 नवंबर तो शुरू होने की गल कही गई सी। वर्तमान में एयरलाइन दिल्ली तक उड़ान चला रही है। एयरबेस A330 जहाज हफ्ते में 2 बार मास्को दिल्ली मास्को लिए उड़ान भरता है। एयरफ्लोट बुधवार शनिचरवार ते ऐतवार नूं मास्को तो गोवा दे लई उड़ान भरेगी। ਕੋਲਕਾਤਾ ਵਿੱਚ ਚੀਨੀ ਕੌਂਸਲ ਜਨਰਲ ਜ਼ਾ ਲਿਊ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਅਤੇ ਇਸ ਦੇ ਲਈ ਦੋਵਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਚੀਨ ਨੇ ਵੁਹਾਨ ਵਿੱਚ 2019 ਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਮਗਰੋਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਉਡਾਣਾਂ ਰੋਕ ਦਿੱਤੀਆਂ ਗਈਆਂ। ਉਡਾਣਾਂ ਬੰਦ ਹੋਣ ਕਾਰਨ ਸੈਂਕੜੇ ਭਾਰਤੀ ਵਿਦਿਆਰਥੀ ਚੀਨ ਵਿੱਚ ਕੰਮ ਕਰ ਰਹੇ ਭਾਰਤੀਆਂ ਦੇ ਪਰਿਵਾਰਾਂ ਤੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਪੇਚਿੰਗ ਨੇ ਹਾਲ ਹੀ ਵਿੱਚ ਲਗਭਗ 3 ਸਾਲਾਂ ਬਾਅਦ ਵੀਜ਼ਾ ਪਾਬੰਦੀ ਹਟਾ ਦਿੱਤੀ ਹੈ। ਲਿਊ ਨੇ ਕਿਹਾ, ਭਾਰਤ ਅਤੇ ਚੀਨ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਦੇ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਈ ਭਾਰਤੀ ਵਿਦਿਆਰਥੀ ਹੁਣ ਚੀਨ ਵਾਪਸ ਜਾਣਾ ਚਾਹੁੰਦੇ ਨੇ। ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਲਗਭਗ 23,000 ਭਾਰਤੀ ਵਿਦਿਆਰਥੀ ਚੀਨ ਨਹੀਂ ਜਾ ਸਕੇ। ਹੁਣ ਚੀਨ ਵਿੱਚ ਪੜ੍ਹਾਈ ਪੂਰੀ ਕਰਨ ਦੇ ਲਈ ਉਹਨਾਂ ਉੱਥੇ ਜਾਣ ਦੀ ਤਿਆਰੀ ਕਰ ਲਈ ਹੈ, ਪਰ ਕੋਈ ਸਿੱਧੀ ਉਡਾਣ ਨਾ ਹੋਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਭਾਰਤੀ ਯਾਤਰੀ ਫਿਲਹਾਲ ਸ੍ਰੀਲੰਕਾ, ਨੇਪਾਲ ਅਤੇ ਮਿਆਂਮਾਰ ਦੇ ਰਸਤੇ ਚੀਨ ਜਾ ਰਹੇ ਨੇ ਅਤੇ ਕਿਰਾਏ 'ਚ ਅਚਾਨਕ ਵਾਧੇ ਕਾਰਨ ਉਹਨਾਂ ਨੂੰ ਕਾਫੀ ਪੈਸਾ ਖਰਚਾ ਕਰਨਾ ਪੈ ਰਿਹਾ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਸਮੇਤ ਉਡਾਣ ਸੇਵਾਵਾਂ ਬਹਾਲ ਕਰਨ ਦੇ ਲਈ ਕਈ ਮਹੀਨਿਆਂ ਤੋਂ ਗੱਲਬਾਤ ਕਰ ਰਹੇ ਨੇ, ਪਰ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਅਗਲੇ ਹਫਤੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ ਦੀਨ ਦੁਨੀਆ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਲੈ ਕੇ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸ਼ੁਕਰੀਆ, ਸਤਿ ਸ਼੍ਰੀ ਅਕਾਲ।